ਧੰਨ ਵਾਹਿਗੁਰੂ ਸਾਹਿਬ ਜੀ। हम मैले तुम उजल करते, हम निर्गुण तू दाता, हम मूरख तुम चतुर सियाने, तू सर्व कला का ज्ञाता। माधो हम ऐसे तू ऐसा, हम पापी तुम पाप खंडन, नीको ठाकुर देसा। सतनाम। धन वाहिगुरु साहिब जी। आसा तुम चंदन, हम इरंड बापुरे, संग तुम्हारे वासा। नीच रूखते ऊंच पहे हैं, गंध सुगंध निवासा। माधो सतसंगत शरण तुम्हारी, हम ओगण तुम उपकारी। रहाऊ तुम मखतूल सुपेद सपियल, हम बपरे जस कीरा। सतसंगत मिल रही है माधो, जैसे मधुप मखीरा। जाति ओछा पाति ओछा, ओछा जन्म हमारा। राजा राम की सेव न कीनी, कह रविदास चमारा। जाति ओछा पाति ओछा, ओछा जन्म हमारा। राजा राम की सेव न कीनी, कह रविदास चमारा। वाहिगुरु जी का खालसा, वाहिगुरु जी की फतेह। पावन पवित्र पाक हजूरी विच सवाईमान होए बैठे सत्संगी जनों, सतगुरां ने कृपा की, भगतां दी ਅੰਮ੍ਰਿਤ ਬਾਣੀ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਭਗਤਾਂ ਦੀ ਬਾਣੀ ਦੇ ਵਿੱਚੋਂ ਭਗਤ ਰਵਿਦਾਸ ਜੀ, ਜਿਨ੍ਹਾਂ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨੇ, ਅੱਜ ਆਸਾ ਰਾਗ ਦਾ ਇਹ ਤੀਜਾ ਸ਼ਬਦ ਹੈ, ਜਿਸ ਦਾ ਮੂਲ ਪਾਠ ਹੁਣੇ ਆਪ ਜੀਆਂ ਨੇ ਸਰਵਣ ਕੀਤਾ।
ਇੱਕ ਤਾਂ ਇਹ ਗੱਲ ਇਸ ਸ਼ਬਦ ਦੇ ਰਾਹੀਂ ਭਗਤ ਜੀ ਨੇ ਜੋ ਅੱਖਰ ਰਾਜਾ ਰਾਮ ਵਰਤਿਆ ਤੇ ਕਈ ਵਿਦਵਾਨਾਂ ਨੇ, ਟੀਕਾਕਾਰਾਂ ਨੇ ਕਿਤੇ ਨਾ ਕਿਤੇ ਵਿਚਾਰ ਕਰਨ ਲੱਗਿਆਂ ਟਪਲਾ ਖਾਧਾ ਹੈ ਔਰ ਰਵਿਦਾਸ ਜੀ ਨੂੰ ਸ੍ਰੀ ਰਾਮ ਅਵਤਾਰ ਦੇ ਪੁਜਾਰੀ ਦੱਸ ਦਿੱਤਾ। ਪਰ ਜਿਤਨੇ ਵੀ ਭਗਤਾਂ ਦੀ ਬਾਣੀ ਹੈ, ਭਗਤ ਜਨ ਜਦੋਂ ਰਾਮ ਦੀ ਗੱਲ ਲਿਖਦੇ ਨੇ ਤਾਂ ਉਹਨਾਂ ਦਾ ਅਰਥ ਹੈ ਜਿਹੜਾ ਕਿ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਹਰ ਇੱਕ ਦੇ ਵਿੱਚ ਮੌਜੂਦ ਹੈ, ਉਸ ਦੀ ਗੱਲ ਭਗਤ ਜੀ ਕਰਦੇ ਹਨ। ਇਸ ਕਰਕੇ ਕੇਵਲ ਕੋਈ ਅੱਖਰ ਦੇਖ ਕੇ ਆਪਣੇ ਅੰਦਾਜ਼ੇ ਲਾ ਲੈਣੇ ਤੇ ਉਹ ਨਿਰੋਲ ਸੱਚ ਨਹੀਂ ਹੋਇਆ ਕਰਦਾ। ਸੋ ਆਓ ਇਸ ਸ਼ਬਦ ਨੂੰ ਆਪਾਂ ਵਿਚਾਰਾਂਗੇ। ਮਾਧੋ ਸਤ ਸੰਗਤ ਸਰਨ ਤੁਮਾਰੀ, ਹਮ ਓਗਣ ਤੁਮ ਉਪਕਾਰੀ। ਇੱਥੇ ਪਾਠ ਵੀ ਹਮ ਓ ਗਣ, ਉਹ ਗੁਣ ਨਹੀਂ ਹੈ। ਬੜੀ ਬਰੀਕੀਆਂ ਨੇ ਬਾਣੀ ਦੇ ਵਿੱਚ। ਕਈ ਵਾਰੀ ਬੇਧਿਆਨੇ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਪਾਠ ਕਰਦੇ ਹਾਂ ਜਾਂ ਕੀਰਤਨ ਕਰਦੇ ਹਾਂ ਅਤੇ ਸਹਿਜ ਸੁਭਾਅ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਲਗਾ ਮਾਤਰਾ ਆਪਣੇ ਕੋਲੋਂ ਅਸੀਂ ਲਗਾ ਵੀ ਲੈਂਦੇ ਹਾਂ ਅਤੇ ਕਈ ਥਾਂ 'ਤੇ ਲੱਗੀਆਂ ਹੁੰਦੀਆਂ ਅਸੀਂ ਛੱਡ ਵੀ ਦਿੰਦੇ। ਇਸ ਕਰਕੇ ਬਾਣੀ ਨੂੰ ਜਦੋਂ ਵੀ ਪੜ੍ਹਨਾ ਸੁਚੇਤ ਹੋ ਕੇ ਪੜ੍ਹਨਾ ਆਪਾਂ। ਜਿਵੇਂ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ, ਉੱਥੇ ਅਵਗਣ ਨਾ ਵਿਚਾਰੋ ਕੋਈ। ਉੱਥੇ ਅਵਗੁਣ ਬੋਲਦੇ ਲੋਕ, ਹੈ ਅਵਗਣ, ਉੱਥੇ ਔਂਕੜ ਹੈ ਹੀ ਨਹੀਂ। ਇਸ ਤਰ੍ਹਾਂ ਬਹੁਤ ਸਾਰੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਜਿਵੇਂ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ, ਉਹ ਆਪਣਾ ਹੀ ਨਾਮ ਪੜ੍ਹੀ ਜਾਂਦੇ। ਇੱਥੇ ਹੈ ਆਪਣਾ, ਐੜੇ ਨੂੰ ਕੰਨਾ ਵੀ ਲੱਗਿਆ ਹੋਇਆ। ਆਓ ਜਿੱਥੇ ਕਿ ਆਪਾਂ ਬਾਣੀ ਦੇ ਜੋ ਅਰਥ ਬੋਧ ਨੇ ਉਸ ਨੂੰ ਸਮਝਾਂਗੇ, ਨਾਲ ਨਾਲ ਬਾਣੀ ਦਾ ਜਿਹੜਾ ਉਚਾਰਨ ਹੈ ਉਹ ਵੀ ਯਤਨ ਕਰਾਂਗੇ। ਨਾਲ ਹੀ ਪਿਛਲੇ ਦਿਨਾਂ ਵਿੱਚ ਦਾਸ ਨੇ ਬੇਨਤੀ ਕੀਤੀ ਸੀ ਕਿ ਜਿਸ ਸ਼ਬਦ ਦੀ ਵਿਚਾਰ ਹੁੰਦੀ ਹੈ ਉਸ ਦੇ ਪਰਥਾਏ ਜੇ ਸੰਗਤ ਦੇ ਮਨ ਵਿੱਚ ਕੋਈ ਸਵਾਲ ਉੱਠਦਾ ਹੈ ਅਤੇ ਉਹ ਸੰਗਤ ਲਾਸਟ ਦੇ ਵਿੱਚ ਜ਼ਰੂਰ ਪੁੱਛਿਆ ਕਰੇ, ਤਾਂ ਕਿ ਅਸੀਂ ਨਾਲੋਂ ਨਾਲ ਹੀ ਜਿਹੜੀ ਵਿਚਾਰ ਆਪਾਂ ਕਰ ਰਹੇ ਹਾਂ ਉਸ ਦਾ ਜਵਾਬ ਦੇ ਸਕੀਏ। ਜਿਤਨੀ ਕੁ ਤੁੱਛ ਮਤ ਦਾਸ ਨੂੰ ਦਿੱਤੀ ਹੈ, ਯਤਨ ਕਰਾਂਗੇ ਕਿ ਉਸ ਦਾ ਜਵਾਬ ਸੰਗਤ ਨੂੰ ਦਿੱਤਾ ਜਾਏ, ਕਿਉਂਕਿ ਇਸ ਕਰਕੇ ਸੰਗਤ ਦਾ ਰੁਝਾਨ ਵਧੇ, ਗੁਰੂ ਘਰ ਦੇ ਵੱਲ ਸੰਗਤਾਂ ਆਉਣ। ਉਹਨਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ, ਕਿਤੋਂ ਵੀ ਜਵਾਬ ਨਹੀਂ ਮਿਲਦਾ ਅਤੇ ਆਪਾਂ ਸੰਗਤ ਨੂੰ ਜਵਾਬ ਦੇਣ ਜੋਗੇ ਹੋ ਜਾਈਏ। ਕਿਉਂਕਿ ਗੁਰਮਤਿ ਦਾ ਪ੍ਰਚਾਰ ਇਹੀ ਹੈ ਕਿ ਜਿਸ ਦੇ ਅੰਦਰ ਕੋਈ ਸ਼ੱਕ ਸ਼ੰਕਾ ਜਾਂ ਸਵਾਲ ਹੈ, ਔਰ ਇਹ ਗੱਲ ਜੋ ਪਿਛਲੇ ਦਿਨਾਂ ਵਿੱਚ ਜਦੋਂ ਦਾਸ ਨੇ ਸ਼ੁਰੂ ਦੇ ਵਿੱਚ ਇਸ ਸਥਾਨ 'ਤੇ ਜਪਜੀ ਸਾਹਿਬ ਦੀ ਵਿਆਖਿਆ ਕੀਤੀ ਨਾ, ਅਤੇ ਇਸ਼ਤਿਹਾਰ ਦੇ ਵਿੱਚ ਲਿਖਿਆ ਸੀ ਕਿ ਸ਼ੁੱਧ ਉਚਾਰਨ, ਅਰਥ ਅਤੇ ਸਵਾਲ ਜਵਾਬ। ਅਤੇ ਇੱਕ ਦੂਜੇ ਗੁਰਦੁਆਰੇ ਦੀ ਕਮੇਟੀ ਵਾਲੇ ਬੰਦੇ ਦਾ ਮੈਨੂੰ ਫੋਨ ਆ ਗਿਆ ਵੀ ਗੁਰਦੁਆਰੇ ਵਿੱਚ ਸਵਾਲ ਜਵਾਬ ਕਿਵੇਂ ਹੋ ਸਕਦੇ ਨੇ। ਕਿਉਂਕਿ ਇੱਥੇ ਤਾਂ ਸਾਰੀ ਬਾਣੀ ਸਿੱਧ ਗੋਸ਼ਟ ਸਵਾਲ ਜਵਾਬ ਹੀ ਨਹੀਂ। ਇੱਥੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ, ਫਿਰ ਗੁਰਦੁਆਰੇ 'ਚ ਕਿਉਂ ਨਹੀਂ ਹੋ ਸਕਦੇ? ਸਵਾਲ ਜਵਾਬ ਤਾਂ ਉੱਥੇ ਦਰਜ ਨੇ। ਮੇਰੀ ਗੱਲ ਦਾ ਕੋਈ ਜਵਾਬ ਨਹੀਂ ਸੀ। ਪਹਿਲਾਂ ਮੇਰੇ ਨਾਲ ਔਖਾ ਹੋ ਗਿਆ ਬੜਾ, ਅਗਰ ਮੈਂ ਸੁਣਦਾ ਰਿਹਾ, ਮੈਂ ਕਿ ਤੂੰ ਸੁਣਾ ਕੋਈ ਨਹੀਂ, ਕਿਉਂਕਿ ਗੁਰਦੁਆਰੇ ਦਾ ਕੋਈ ਉਹ ਸੀ, ਪਦ ਵੀ ਮਿਲੀ ਸੀ ਉਹਨੂੰ। ਕਹਿੰਦੇ ਗੁਰਦੁਆਰੇ 'ਚ ਹੀ ਸਵਾਲ ਜਵਾਬ ਨਹੀਂ ਹੋ ਸਕਦੇ। ਕਿਉਂਕਿ ਸਿੱਧ ਗੋਸ਼ਟ ਕੀ ਹੈ? ਜਪਜੀ ਸਾਹਿਬ ਦੇ ਵਿੱਚ 9 ਸਵਾਲ ਨੇ। ਮੈਂ ਕਿ ਜਪਜੀ ਸਾਹਿਬ ਕਦੀ ਪੜ੍ਹਿਆ ਤੂੰ? ਮੈਂ ਕਿ ਤੈਨੂੰ ਸਵਾਲ ਪਤਾ ਜਪਜੀ ਸਾਹਿਬ 'ਚ ਕਿਹੜੇ ਕਿਹੜੇ ਨੇ? ਨਹੀਂ ਜੀ ਮੈਨੂੰ। ਦੇਖੋ ਅੱਜ ਅਸੀਂ ਕਿਸ ਪਾਸੇ ਜਾ ਰਹੇ ਹਾਂ। ਜੋ ਕੋਈ ਸਹੀ ਗੱਲ ਕਰੇ ਨਾ ਤਾਂ ਅਸੀਂ ਉਹਨੂੰ ਜੋ ਦੂਜੇ ਪਾਸੇ ਲੈ ਜਾਂਦੇ ਵੀ ਇਹ ਕਿਵੇਂ ਹੋ ਸਕਦਾ। ਮੈਂ ਉਹਨੂੰ ਪੁੱਛਿਆ ਵੀ, ਮੈਂ ਫਿਰ ਸਾਹਿਬ ਸਿੰਘ ਮਾਰਕੰਡੇ ਵਾਲਿਆਂ ਨੂੰ ਫੋਨ ਮਿਲਾਇਆ। ਮੈਂ ਕਿ ਗੁਰਮੁਖੋ, ਮੈਂ ਇੱਕ ਸਵਾਲ ਤੁਹਾਡੇ ਨਾਲ ਸਾਂਝਾ ਕਰਨਾ ਸੀ ਵੀ ਗੁਰਦੁਆਰੇ ਆਪਾਂ ਸਵਾਲ ਜਵਾਬ ਕਰ ਸਕਦੇ? ਅਤੇ ਪਤਾ ਉਹਨਾਂ ਨੇ ਜਵਾਬ ਕੀ ਦਿੱਤਾ ਜੀ? ਕਹਿੰਦੇ ਬੱਚਿਆ ਵੀ ਕੀ ਸਵਾਲ ਮਸੀਤੇ ਜਾ ਕੇ ਕਰਾਂਗੇ ਅਸੀਂ? ਜੇ ਗੁਰਦੁਆਰੇ ਵਿੱਚ ਸਵਾਲ ਜਵਾਬ ਨਹੀਂ ਹੋ ਸਕਦੇ, ਅਸੀਂ ਆਪਣੇ ਸਵਾਲਾਂ ਦਾ ਜਵਾਬ ਕਿੱਥੋਂ ਲਾਂਗੇ? ਇਸ ਕਰਕੇ ਮੈਂ ਤਾਂ ਬੇਨਤੀ ਕਰਦਾ ਕਿ ਲਾਸਟ ਦੇ ਵਿੱਚ ਯਤਨ ਕਰਾਂਗੇ ਕਿ 5-7 ਮਿੰਟ
ਜੇ ਕੋਈ ਸੰਗਤ ਦਾ ਸਵਾਲ ਹੋਏਗਾ ਤਾਂ ਆਪਾਂ ਜ਼ਰੂਰ ਉਸ ਦੇ ਪ੍ਰਤੀ ਉਸ ਸਵਾਲ ਦਾ ਆਨਸਰ ਦੇਣ ਦਾ, ਜਵਾਬ ਦੇਣ ਦਾ ਯਤਨ ਕਰਾਂਗੇ। ਆਓ ਇਸ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਸਾਹਿਬਾਂ ਨੂੰ ਝੁਕਾਓ ਸੀਸ, ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਗਤ ਦਾ ਸਭ ਤੋਂ ਵੱਧ ਜ਼ਿਕਰ ਕੀਤਾ ਗਿਆ। ਔਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਸਿੱਖ ਪੜ੍ਹਦਾ ਹੈ ਤੇ ਉੱਥੇ ਸੰਗਤ ਦੇ ਜਿਹੜੇ ਰੂਪ ਨੇ ਉਹ 3 ਰੂਪ ਆਏ ਨੇ। ਇੱਕ ਹੈ ਸੰਗਤ। ਸੰਗਤ ਦਾ ਅਰਥ ਹੁੰਦਾ ਹੈ ਆਮ ਇਕੱਠ। ਇੱਕ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਕੁਸੰਗਤ ਤੇ ਤੀਜਾ ਲਫ਼ਜ਼ ਵਰਤਿਆ ਸਤ ਸੰਗਤ। ਇਹ 3 ਲਫ਼ਜ਼ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸੰਗਤ, ਸੰਗਤ ਦਾ ਅਰਥ ਹੁੰਦਾ ਜਿੱਥੇ ਕਿ ਆਮ ਇਕੱਠ ਹੋਵੇ, ਆਮ ਗੱਲਾਂ ਚੱਲਦੀਆਂ ਹੋਣ, ਨਾ ਉੱਥੇ ਮਾੜੀਆਂ ਗੱਲਾਂ ਚੱਲਦੀਆਂ ਹੋਣ, ਨਾ ਚੰਗੀਆਂ ਗੱਲਾਂ ਚੱਲਦੀਆਂ ਹੋਣ, ਆਮ ਗੱਲਾਂ ਹੋ ਰਹੀਆਂ ਹੋਣ, ਉਹਨੂੰ ਕਹਿੰਦੇ ਸੰਗਤ। ਜਿੱਥੇ ਸਭ ਭੈੜੀਆਂ ਗੱਲਾਂ ਚੱਲ ਰਹੀਆਂ ਹੋਣ, ਬੁਰਾਈਆਂ, ਨਿੰਦਾ, ਚੁਗਲੀ, ਵਾਸਨਾਵਾਂ ਦੀਆਂ ਗੱਲਾਂ ਚੱਲ ਰਹੀਆਂ ਹੋਣ, ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਕੁਸੰਗਤ ਕਿਹਾ। ਅਤੇ ਜਿੱਥੇ ਤੁਸੀਂ ਬੈਠੇ ਹੋ ਇਸ ਸੰਗਤ ਨੂੰ ਗੁਰੂ ਮਹਾਰਾਜ ਨੇ ਸਤ ਸੰਗਤ ਦਾ ਦਰਜਾ ਦਿੱਤਾ ਹੈ। ਔਰ ਗੁਰੂ ਮਹਾਰਾਜ ਨੇ ਬਾਣੀ 'ਚ ਲਿਖਿਆ, ਸਤ ਸੰਗਤ ਕੈਸੀ ਜਾਣੀ ਹੈ। ਕਿੱਦਾਂ ਦੀ ਹੁੰਦੀ ਹੈ ਸਤ ਸੰਗਤ? ਮਤਲਬ ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਏ ਦਿਓ। ਕਈ ਵਾਰੀ ਮੈਂ ਸੋਚਦਾ ਕਿ ਬਹੁਤ ਸਾਰੇ ਸਵਾਲ ਉੱਠਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਵਾਬ ਲਿਖੇ ਹੋਏ ਹੈ, ਬਸ ਗੱਲ ਇਹ ਕਿ ਸਾਨੂੰ ਉਹਨਾਂ ਨੂੰ ਸਮਝਣ ਦੀ ਲੋੜ ਹੈ। ਜਿੱਥੇ ਵੀ ਸਵਾਲ ਹੈ ਨਾ, ਗੁਰੂ ਗ੍ਰੰਥ ਸਾਹਿਬ 'ਚ ਨਾਲ ਜਵਾਬ ਲਿਖਿਆ ਹੋਇਆ। ਤੁਸੀਂ ਮਾਝ ਰਾਗ ਦੀ ਬਾਣੀ ਪੜ੍ਹੋ ਨਾ, ਉੱਥੇ ਕਵਨ ਸੋ ਜੁਗਤਾ, ਕਵਨ ਸੋ ਮੁਕਤਾ, ਉੱਥੇ ਸਾਰੇ ਪਹਿਲਾਂ ਸਵਾਲ ਖੜ੍ਹੇ ਕੀਤੇ। ਜੁਗਤ ਕਿਸ ਦੇ ਕੋਲ ਹੈ, ਮੁਕਤ ਕੌਣ ਹੈ, ਜੋਗੀ ਕੌਣ ਹੈ, ਗ੍ਰਹੀ ਕੌਣ ਹੈ। ਉਸ ਤੋਂ ਅਗਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਨੇ ਸਾਰੇ ਜਵਾਬ ਦੇ ਦਿੱਤੇ। ਪਹਿਲਾਂ ਸਵਾਲ ਕਰ ਦਿੱਤੇ, 5-7 ਇਕੱਠੇ ਸਵਾਲ ਨੇ, ਫਿਰ ਅੱਗੇ 5-7 ਸਵਾਲਾਂ ਦੇ ਅੱਗੇ ਜਵਾਬ ਨੇ। ਜਪਜੀ ਸਾਹਿਬ ਦੇ ਵਿੱਚ ਵੀ ਇਸ ਤਰ੍ਹਾਂ ਹੀ ਪਹਿਲਾਂ ਸਵਾਲ ਕੀਤੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਇਹ ਸਵਾਲ ਹੈ ਇੱਕ, ਗੁਰੂ ਸਾਹਿਬ ਨੇ ਨਾਲ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਫਿਰ ਚੌਥੀ ਪੌੜੀ 'ਚ 2 ਸਵਾਲ ਕੀਤੇ ਨੇ। ਚੌਥੀ ਪੌੜੀ 'ਚ 2 ਸਵਾਲ ਨੇ। ਉਸ ਤੋਂ ਬਾਅਦ ਫਿਰ 6ਵੀਂ ਪੌੜੀ ਦੇ ਵਿੱਚ ਫਿਰ ਗੁਰੂ ਸਾਹਿਬ ਨੇ 2 ਸਵਾਲ ਕੀਤੇ। ਜਪਜੀ ਸਾਹਿਬ ਨੂੰ ਕਦੇ ਧਿਆਨ ਨਾਲ ਪੜ੍ਹਿਓ ਹੁਣ, ਔਰ ਲੱਭਿਓ ਵੀ ਇੱਥੇ ਸਵਾਲ ਕਿੱਥੇ ਕਿੱਥੇ ਕੀਤੇ ਮਹਾਰਾਜ ਨੇ। ਅੱਗੇ ਨਾਲ ਜਵਾਬ ਦਿੱਤੇ ਹੋਏ ਨੇ, ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਸਤਿਗੁਰੂ ਜੀ ਨੇ। ਇਹ ਸਵਾਲਾਂ ਦੇ ਜਵਾਬ ਸਾਨੂੰ ਕਿੱਥੋਂ ਪ੍ਰਾਪਤ ਹੋਣਗੇ? ਸਤ ਸੰਗਤ ਵਿੱਚੋਂ। ਅਤੇ ਸਤ ਸੰਗਤ ਕਿਹੋ ਜਿਹੀ ਹੈ? ਜਿੱਥੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੱਲ ਚੱਲਦੀ ਹੈ। ਮੈਨੂੰ ਮਾਫ਼ ਕਰਨਾ, ਅੱਜ ਕਈ ਵਾਰੀ ਗੁਰਦੁਆਰਿਆਂ ਦੇ ਵਿੱਚ ਜਿਹੜੀ ਕਥਾ ਹੋ ਰਹੀ ਹੁੰਦੀ ਹੈ ਜਾਂ ਕੀਰਤਨ ਹੋ ਰਿਹਾ ਹੁੰਦਾ ਹੈ, ਉਸ ਨੂੰ ਵੀ ਅਸੀਂ ਕਹਿੰਦੇ ਸਤ ਸੰਗਤ ਹੋ ਰਹੀ ਹੈ। ਪਰ ਸਤ ਸੰਗਤ ਘੱਟ ਹੋ ਰਹੀ ਹੁੰਦੀ ਹੈ, ਰਾਜਨੀਤੀ ਵੱਧ ਹੋ ਰਹੀ ਹੁੰਦੀ ਹੈ। ਸਤ ਸੰਗਤ ਨਹੀਂ ਹੋ ਰਹੀ ਹੁੰਦੀ। ਉਹ ਸਤ ਸੰਗਤ ਰਾਜਨੀਤੀ ਤੋਂ ਨਹੀਂ ਕਿਹਾ ਗੁਰੂ ਸਾਹਿਬ ਨੇ। ਜਦੋਂ ਦੇਖਦੇ ਸਟੇਜਾਂ 'ਤੇ ਬੈਠ ਕੇ ਸਾਡੇ ਧਾਰਮਿਕ ਸਥਾਨਾਂ 'ਤੇ ਅਤੇ ਉੱਥੇ ਸਾਰੀ ਰਾਜਨੀਤੀ ਭੋਰ ਰਹੇ ਹੁੰਦੇ ਨੇ ਸਾਡੇ ਕਥਾਵਾਚਕ। ਸਤ ਸੰਗਤ ਰਾਜਨੀਤੀ ਦਾ ਨਾਮ ਨਹੀਂ। ਸਤ ਸੰਗਤ ਦਾ ਅਰਥ ਹੈ ਜਿੱਥੇ ਇੱਕ ਪਰਮਾਤਮਾ ਦੀ ਗੱਲ ਹੋ ਰਹੀ ਹੋਵੇ ਕੇਵਲ, ਨਾ ਕਿਸੇ ਨੂੰ ਮਾੜਾ ਕਿਹਾ ਜਾ ਰਿਹਾ ਹੋਵੇ, ਨਾ ਕਿਸੇ ਨੂੰ ਚੰਗਾ ਕਿਹਾ ਜਾ ਰਿਹਾ। ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਉਸ ਨੂੰ ਵਿਚਾਰਿਆ ਜਾ ਰਿਹਾ ਹੋਵੇ, ਉਹਨੂੰ ਸਤ ਸੰਗਤ ਕਹਿੰਦੇ। ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ, ਬਾਣੀ ਦੀ ਜੋ ਥਿਊਰੀ ਹੈ, ਜੋ ਹਿਸਟਰੀ ਹੈ, ਜੋ ਪ੍ਰੈਕਟੀਕਲ ਹੈ, ਉਸ ਦੀ ਗੱਲ ਚੱਲ ਰਹੀ ਹੋਵੇ, ਉਸ ਨੂੰ ਕਹਿੰਦੇ ਸਤ ਸੰਗਤ। ਅਤੇ ਮੈਂ ਪ੍ਰਧਾਨ ਮੰਤਰੀ ਦੀ ਗੱਲ ਲੈ ਕੇ ਬਹਿ ਜਾਵਾਂ, ਮੈਂ ਫਲਾਣੇ ਮੰਤਰੀ ਦੀ ਗੱਲ ਲੈ ਕੇ ਬਹਿ ਜਾਵਾਂ, ਉਹ ਸਤ ਸੰਗਤ ਥੋੜ੍ਹੀ ਹੋ ਰਹੀ। ਉੱਥੇ ਤਾਂ ਲਿਖੀ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਗੱਲ ਤਾਂ।
ਅੱਜ ਦੇਖੋ ਨਾ ਸਾਡੇ ਪ੍ਰਚਾਰਕ ਕਿਵੇਂ ਉਸਤਤ ਕਰਦੇ ਆ ਪ੍ਰਧਾਨ ਮੰਤਰੀਆਂ ਦੀ, ਦੂਜੀ ਤੀਜੇ ਦੀ, ਲੱਗੇ ਹੋਏ ਸਾਰੇ ਆਪਣੇ ਆਪਣੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰਸਿੱਖੋ ਬਾਬਰ ਨੂੰ ਜਾਬਰ ਲਿਖਿਆ ਹੋਇਆ, 4 ਸ਼ਬਦ ਨੇ। ਤੇ ਸਾਡੇ ਪ੍ਰਚਾਰਕਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਵੀ ਗੁਰੂ ਨਾਨਕ ਪਾਤਸ਼ਾਹ ਤੇ ਬਾਬਰ ਨੂੰ ਜਾਬਰ ਕਰਕੇ ਲਿਖਦੇ। ਤੇ ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਸਤ ਸੰਗਤ ਜਿਹੜੀ ਹੈ ਉਹ ਹੈ ਸਤ ਦੀ ਵਿਚਾਰ। ਤੇ ਸਤ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਉਸ ਤੋਂ ਬਿਨਾਂ ਹੋਰ ਕੋਈ ਸਤ नहीं है, और कोई सदी भी नहीं है। सच्चो और है सबको ऊपर सच आचार। सच तो उपर कोई है ना, तो उस सच दे विचों मिलिया होया आचरण है, करैक्टर है जिहड़ा सच विचों सानूं प्राप्त हुंदा है। इत्थे भगत जी कहन लगे कि हे अकाल पुरख वाहिगुरू, हे मेरे माधो माधो सत संगत सरन तुम्हारी। हे मेरे माधो, माधो का अर्थ है माया दे पति परमात्मा। माधो बाणी विच 2 अखर नेड़ले आए ने, एक आया साधो। साधो का अर्थ है हे संत जनों। जिथे माधो आया उत्थे माया दे पति परमात्मा। जिमें साधो गोविंद के गुण गावो, साधो मन का मान त्यागो। गुरु तेग बहादुर महाराज ने बहुत बारी लफ्ज़ वरत्या साधो अपनी बाणी के अंदर। भगतां ने बहुत बारी माधो अखर वरत्या, गुरु साहब जी ने भी वरत्या। जिमें हुणे दास ने मंगलाचरण विच माधो हम ऐसे तू ऐसा, हम पापी तुम पाप खंडन नीको ठाकुर देसा। वही विचारधारा भगत जी इत्थे सांझी कर रहे ने। आखन लगे कि हे माधो, मैं तेरी संगत विच आया, सत संगत सरन तुम्हारी। मैं तेरी साध संगत की ओट फड़ी है, मैं तेरी सरन लई है। की मंग रहे ने रब जी कोलों? हे रब जी, मैं तेरी सत दी संगत दी ओट फड़ी, जिथे तेरी गल्लां चलदियां, तेरी सिफ सलाह हुंदी है। मैं उस सतसंगत दी ओट फड़ी है, मैनू इत्थों विछड़ ना देई। मैं तेरी सतसंगत विचों विछड़ा ना। ते नाल कहन लगे हम ओ गुण ओ गण तुम उपकारी, मैं मंदकर्मी हाँ। मैं एक बेनती करा, सतसंगत विच टिकी हो सकता है जिहड़ा अपने आप नूं कुछ ना समझदा होवे, जिहड़ा कुछ ना समझ। 3 उदाहरणां दिंदा मैं। हरकिशन साहिब जी दे जीवन च 3 गल्लां इतिहासिक तौर तो वरतदियां। एक जदों हरकिशन साहिब जी कीरतपुर साहब तो तुर के पंजोकड़े की धरती ते कदम रखते हैं, तो उत्थे लाल चंद ब्राह्मण हंकार दा मारिया गुरु साहब जी दे सिखां नूं कहण लग पैंदा भी इन्हां ने नाम तो हरकिशन रखाया है, तो कृष्ण जी हुणां ने तो गीता उचारण कीती सी, इन्हां नूं गीता दे अर्थ आउंदे ने। सिखां ने सारी गल महाराज जी नूं आके दसी। महाराज भी जवाब दे सकते सन उसकी गल का, पर सतगुरु ने जवाब नहीं दिता, क्योंकि उसने फिर कहना सी भी गुरु नानक पातशाह की गद्दी ते विराजमान हो, गुरु घर दे विच विचरदे हो ते किते गीता के अर्थ सुन रहे होणगे तुसीं। ते अजे 5.25 साल की उम्र है महाराज जी की, छोटी आरज है। गुरु साहब जी ने आप जवाब ना दे के ते सिखां नूं कहा कि लाल चंद ब्राह्मण नूं आखो कि इस नगर विचों जिहड़ा तैनूं लभदा उहनूं लैके आ जा, गीता के अर्थ तो वह भी कर देगा। हुण तुसीं वेखो भी सतगुरां दी सरन दे विच छज्जू झीवर उसनूं लिया के महाराज दे अगे पेश कर दिंदा लालचंद ब्राह्मण। हुण छज्जू झीवर कई बारी की हुंदा ना, कई चीज़ां असीं कसवटी ते पूरन तौर तो ना मापदे नहीं हाँ, कसवटी ला के वेखदे नहीं हाँ। असल विच एक झूर नूं ना पढ़न दा अधिकार सी, ना किते शास्त्र सुनन दा अधिकार सी।
ਜੇ ਕਿਤੇ ਉਹ ਨੀਵੀਂ ਜਾਤ ਦਾ ਸ਼ਾਸਤਰ ਸੁਣ ਲਵੇ ਤਾਂ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਜੇ ਕਿਤੇ ਜ਼ਮਾਨ ਤੋਂ ਉਹ ਪੜ੍ਹ ਲਵੇ ਤਾਂ ਜ਼ਮਾਨ ਕੱਢ ਦਿੱਤੀ ਜਾਂਦੀ ਸੀ। ਅਤੇ ਉਹ ਗੂੰਗਾ ਬੋਲਾ ਸੀ। ਗੂੰਗਾ ਬੋਲਾ ਕੌਣ ਹੈ? ਜਿਹੜਾ ਜਿਹਨੂੰ ਸੁਣਨ ਦਾ ਅਧਿਕਾਰ ਨਾ ਹੋਵੇ, ਜਿਹਨੂੰ ਬੋਲਣ ਦਾ ਅਧਿਕਾਰ ਨਾ ਹੋਵੇ, ਉਹਨੂੰ ਗੂੰਗਾ ਬੋਲਾ ਕਹਿੰਦੇ। ਉਹਨੂੰ ਅਧਿਕਾਰ ਨਹੀਂ ਸੀ। ਅਤੇ ਮਹਾਰਾਜ ਦੀ ਕਲਾ ਵੇਖੋ, ਛੱਜੂ ਝੀਵਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੁਛ ਵੀ ਬਣ ਕੇ ਨਹੀਂ ਆਇਆ। ਮਹਾਰਾਜ, ਮੈਂ ਅਲਪੱਗ ਹਾਂ, ਮੈਂ ਮੰਦਕਰਮੀ ਹਾਂ, ਮੈਂ ਅਗਿਆਨੀ ਹਾਂ। ਗੁਰੂ ਸਾਹਿਬ ਨੂੰ ਆ ਕੇ ਮੇਰੇ ਸਤਿਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕਿਆ। ਗੁਰੂ ਸਾਹਿਬ ਜੀ ਨੇ ਆਪਣੀ ਨਜ਼ਰੇ ਇਨਾਇਤ ਕੀਤੀ। ਕਿਰਪਾ ਕਟਾਖ ਅਵਲੋਕਨ ਕੀਨੂ ਦਾਸ ਕਾ ਦੁੱਖ ਵਿਦਾਰਿਓ। ਮੈਂ ਇੱਕ ਬੇਨਤੀ ਕਰਾਂ, ਗੁਰੂ ਦੇ ਦੇਖਣ ਦੇ ਵਿੱਚ ਗੁਰੂ ਜੀ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਨਾ, ਗੁਰੂ ਅਲਪੱਗ ਨੂੰ ਵੀ ਇੱਥੇ ਬੋਲਣ ਤੋਂ ਲਾ ਦਿੰਦਾ। ਗੁਰੂ ਵਿੱਚ ਇਹ ਤਾਕਤ ਹੈ। ਇਹ ਗੱਲ ਕਦੀ ਵੀ ਗੁਰੂ ਦੇ ਉੱਤੇ ਸ਼ੱਕ ਨਾ ਕਰਿਓ। ਅੱਜ ਦੇ ਸਿੱਖਾਂ ਵਿੱਚ ਅਤੇ ਪੁਰਾਤਨ ਸਿੱਖਾਂ 'ਚ ਇਹੀ ਫਰਕ ਹੈ। ਅੱਜ ਦਾ ਸਿੱਖ ਹਰ ਗੱਲ ਤੋਂ ਤਰਕ ਕਰਦਾ। ਪੁਰਾਤਨ ਸਿੱਖ ਸਨ, ਜੋ ਗੁਰੂ ਨੇ ਕਹਿ ਦਿੱਤਾ ਬਸ ਸੱਤ ਕਰਕੇ ਮੰਨ ਲਿਆ ਵੀ ਸੱਚੇ ਪਾਤਸ਼ਾਹ ਸੱਤ ਹੈ। ਅੱਜ ਦਾ ਸਿੱਖ ਇੱਦਾਂ ਨਹੀਂ ਕਰਦਾ। ਗੁਰੂ ਦੀ ਹਰ ਇੱਕ ਗੱਲ 'ਤੇ ਤਰਕ ਖੜੀ ਕਰਦਾ। ਪੁਰਾਤਨ ਸਿੱਖ ਸੀ ਕਿ ਜੋ ਗੁਰੂ ਨੇ ਕਹਿ ਦਿੱਤਾ, ਗੁਰੂ ਦੇ ਉੱਤੇ ਕੋਈ ਸ਼ੰਕਾ ਨਹੀਂ ਵੀ ਜੋ ਗੁਰੂ ਕਹਿ ਰਿਹਾ ਉਹ ਸੱਤ ਹੈ। ਮਹਾਰਾਜ ਦੀ ਨਜ਼ਰ ਹੋਈ, ਮਹਾਰਾਜ ਨੇ ਕਿਰਪਾ ਕੀਤੀ। ਇਤਿਹਾਸਕਾਰ ਲਿਖਦੇ ਨੇ ਵੀ ਮਹਾਰਾਜ ਛੜੀ ਰੱਖਦੇ ਸਨ ਅਤੇ ਗੁਰੂ ਸਾਹਿਬ ਜੀ ਨੇ ਕਹਿੰਦੇ ਸਿਰ 'ਤੇ ਛੜੀ ਰੱਖ ਦਿੱਤੀ। ਉਸ ਛੱਜੂ ਝੀਵਰ ਨੇ ਜਿਹੜਾ ਕੁਛ ਵੀ ਸੀ ਬਣ ਕੇ ਨਹੀਂ ਆਇਆ। ਗੁਰੂ ਮਹਾਰਾਜ ਦੀ ਨਜ਼ਰ ਹੋ ਗਈ, ਸਭ ਕੁਝ ਬਣ ਕੇ ਚਲਾ ਗਿਆ। ਗੀਤਾ ਦੇ ਅਰਥ ਕਰ ਦਿੱਤੇ। ਲਾਲਚੰਦ ਬ੍ਰਾਹਮਣ ਦਾ ਹੰਕਾਰ ਤੋੜ ਦਿੱਤਾ। ਲਾਲਚੰਦ ਬ੍ਰਾਹਮਣ 10ਵੇਂ ਪਾਤਸ਼ਾਹ ਦੇ ਵੇਲੇ ਲਾਲ ਸਿੰਘ ਬਣ ਕੇ ਅਤੇ ਚਮਕੌਰ ਸਾਹਿਬ ਦੀ ਗੜੀ ਵਿੱਚ ਸਾਧਨਾ ਪ੍ਰਾਪਤ ਕਰਦਾ। ਐਸੀ ਗੁਰੂ ਸਾਹਿਬ ਦੀ ਉਸ ਦੇ ਉੱਤੇ ਕਿਰਪਾ ਹੋਈ, ਕਿਉਂਕਿ ਹੰਕਾਰ ਟੁੱਟ ਗਿਆ। ਗੁਰੂ ਸਾਹਿਬ ਦੇ ਚਰਨੀ ਆ ਕੇ ਪੈ ਗਿਆ, ਮਹਾਰਾਜ ਮੈਂ ਗਲਤੀ ਕੀਤੀ ਵੀ ਮੈਂ ਤੁਹਾਡੇ ਉੱਤੇ ਸ਼ੰਕਾ ਕੀਤਾ। ਪਰ ਮੈਂ ਬੇਨਤੀ ਕਰਾਂ ਵੀ ਜਿਹੜਾ ਕੁਛ ਵੀ ਨਹੀਂ ਬਣ ਕੇ ਆਇਆ, ਗੁਰੂ ਸਾਹਿਬ ਜੀ ਦੀ ਨਜ਼ਰ ਨਾਲ ਉਹ ਸਭ ਕੁਝ ਬਣ ਕੇ ਚਲਾ ਗਿਆ। ਜਿਹੜਾ ਛੱਜੂ ਝੀਵਰ ਦੇ ਵਾਂਗ ਗੁਰੂ ਦਾਤੇ ਦੇ ਦਰ 'ਤੇ ਆਏਗਾ ਨਾ, ਗੁਰੂ ਸਾਹਿਬ ਜੀ ਨੂੰ ਸਭ ਕੁਝ ਦੇ ਕੇ ਤੋਰ ਦੇਣਗੇ ਇੱਥੋਂ। ਪਰ ਅਗਲੀ ਗੱਲ, ਜਦੋਂ ਗੁਰੂ ਸਾਹਿਬ ਦਿੱਲੀ ਆਉਂਦੇ ਨੇ ਤਾਂ ਰਾਜਾ ਜੈ ਸਿੰਘ ਕੁਛ ਬਣ ਕੇ ਆਉਂਦਾ, ਕੁਛ ਨਹੀਂ ਬਣ ਕੇ ਆਉਂਦਾ। ਗੁਰੂ ਮਹਾਰਾਜ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਹਵੇਲੀ ਦੇ ਵਿੱਚ ਚਰਨ ਪਾਓ, ਪਰ ਉਸ ਦੇ ਅੰਦਰ ਸ਼ੱਕ ਹੈ। ਦੇਖੋ ਨਾ ਵੀ ਛੱਜੂ ਝੀਵਰ ਕੁਛ ਵੀ ਬਣ ਕੇ ਨਹੀਂ ਆਇਆ, ਸਭ ਕੁਝ ਬਣ ਕੇ ਚਲਾ ਗਿਆ। ਪਰ ਰਾਜਾ ਜੈ ਸਿੰਘ ਦੇ ਮਨ ਵਿੱਚ ਸ਼ੰਕਾ ਹੈ, ਪਰ ਉਸਨੇ ਆਪਣੀ ਹਵੇਲੀ, ਆਪਣਾ ਮਹਿਲ, ਆਪਣਾ ਬੰਗਲਾ ਗੁਰੂ ਨੂੰ ਅਰਪਣ ਕਰ ਦਿੱਤਾ। ਰਾਜਾ ਜੈ ਸਿੰਘ ਦਾ ਨਾਮ ਸ਼ਾਇਦ ਉੱਥੇ ਜਿਹੜੇ ਜਾਂਦੇ ਸਾਰੇ ਨਾ ਜਾਣਦੇ ਹੋਣ, ਪਰ ਬੰਗਲਾ ਸਾਹਿਬ ਨੂੰ ਐਸਾ ਕੋਈ ਨਹੀਂ ਜਿਹੜਾ ਨਹੀਂ ਜਾਣਦਾ। ਉਹ ਕੁਛ ਬਣ ਕੇ ਆਇਆ, ਕੁਛ ਨਹੀਂ ਬਣ ਕੇ ਆਇਆ। ਆਪਣਾ ਬੰਗਲੇ ਵਿੱਚ ਤਾਂ ਚਰਨ ਪਵਾ ਲਿਆ, ਪਰ ਆਪਣੇ ਹਿਰਦੇ ਵਿੱਚ ਨਹੀਂ ਪਵਾ ਸਕਿਆ। ਇਸ ਕਰਕੇ ਉਹਦੇ ਬੰਗਲੇ ਦਾ ਨਾਮ ਤਾਂ ਸਾਰੀ ਦੁਨੀਆ ਜਾਣਦੀ ਹੈ, ਪਰ ਰਾਜਾ ਜੈ ਸਿੰਘ ਦਾ ਨਾਂ ਸਾਰੇ ਨਹੀਂ ਜਾਣਦੇ। ਤੀਜੀ ਗੱਲ ਕਿ ਔਰੰਗਜ਼ੇਬ ਸਭ ਕੁਝ ਬਣ ਕੇ ਆਂਦਾ, ਮੈਂ ਬਾਦਸ਼ਾਹ ਹਾਂ। ਗੁਰੂ ਮਹਾਰਾਜ ਆਪਣਾ ਦੀਦਾਰ ਤੱਕ ਨਹੀਂ ਦਿੰਦੇ। ਹੁਣ 3 ਤਰ੍ਹਾਂ ਦੇ ਲੋਕ ਗੁਰਦੁਆਰੇ ਆਉਂਦੇ ਹੈ। ਇੱਕ ਛੱਜੂ ਝੀਵਰ ਬਣ ਕੇ ਆਉਂਦਾ ਹੈ, ਇੱਕ ਰਾਜਾ ਜੈ ਸਿੰਘ ਬਣ ਕੇ ਆਉਂਦਾ ਹੈ, ਇੱਕ ਔਰੰਗਜ਼ੇਬ ਬਣ ਕੇ ਆਉਂਦਾ ਹੈ। ਕਿਰਪਾ ਕਿਸ 'ਤੇ ਹੋਏਗੀ? ਆਪਣੇ ਮਨਾਂ 'ਚ ਵਿਚਾਰ ਕਰੋ, ਕਿਸ ਦੇ ਉੱਤੇ ਕਿਰਪਾ ਹੋਏਗੀ? ਮੈਂ ਸਿਰਫ ਹੈਂਟ ਦੇ ਦਿੱਤਾ। ਜਿਹੜਾ ਕੁਛ ਵੀ ਬਣ ਕੇ ਇੱਥੇ ਨਹੀਂ ਆਏਗਾ। ਜਿਹੜਾ ਭਗਤ ਰਵਿਦਾਸ ਜੀ ਦੇ ਵਾਂਗ ਕਵੇਗਾ ਕਿ ਹਮ ਔਗਣ, ਸੱਚੇ ਪਾਤਸ਼ਾਹ ਮੈਂ ਮੰਦਕਰਮੀ ਹਾਂ, ਆਪਣੇ ਕਰਮਾਂ ਦਾ ਕੋਈ ਹੰਕਾਰ ਨਹੀਂ, ਕੋਈ ਮਾਣ ਨਹੀਂ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਮਾਤੀ, ਰਾਮ ਗੁਸਈਆਂ ਜੀ ਕੇ ਜੀਵਨਾ, ਮੋਹ ਨਾ ਵਿਸਾਰੋ ਮੈਂ ਜਨ ਤੇਰਾ। ਅਤੇ ਨਾਲ ਕੀ ਕਹਿ ਰਹੇ ਨੇ? ਮੈਂ ਮੰਦਭਾਗੀ ਹਾਂ, ਔਗਣਾਂ ਨਾਲ ਭਰਿਆ ਹੋਇਆ। ਅਤੇ ਨਾਲ ਕਹਿਣ ਲੱਗੇ ਸੱਚੇ ਪਾਤਸ਼ਾਹ ਕਹਿੰਦੇ ਤੁਮ ਉਪਕਾਰੀ। ਹੇ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਨੇ
तू मेहर करन वाला है। मैं मंदभागी क्यों कह रहे ने? क्योंकि अकाल पुरख वाहिगुरू तरस करदा है। भगत रविदास जी कहते ने कि मैं मंदभागी तां कह रहा क्योंकि तेरी सतसंग छड्ड के मैं मुड़ मंदे कर्मां वाले पासे चला जाना है। पर तू मेहर करन वाला है, तू फिर मेहर कर देना, फिर जोड़ लेना। तू उपकारी है ना गुरु महाराज ने लिखा, ताई कहते तुम करो भला हम भलो न जाना, तुम सदा सदा दयाला। वो भला करदा साडा, पर सच जानना सिखो। असीं उहदा कीता भला जाणिया ही नहीं। वो तो हमेशा दयालु है, दया ही करदा अपने सिखां ते, कोई डाउट नहीं इस दे अंदर। वो दयाला है, वो परोपकारी है, जिन्होंने महाराज कहते भूले मार्ग जिन्हें बताया ऐसा गुर वड भागी पाया। असी फिर भुल जाते हैं, गुरु फिर अपने सिख नूं मार्ग ते पा दिंदा है। फिर सिख गलती करता, फिर गुरु साहब जी गलवकड़ी नाल ला लैंदे, आजा सिखा कित्थे जा रहे हैं तू। भगत रविदास जी कहते मैं मंद कर्मी हाँ। क्यों? क्योंकि मैं तेरी संगत छड्ड के मंदे पासे तुर पैना है। पर तुम उपकारी, तू फिर मेहर करन वाला है, फिर भी मेहर कर देना। सोचो ना भी जेड़ा एक बारी साडे कोल आवे जां साडी गल ना मन्ने, दूजी वारी असीं उहनूं मूँह नहीं लांदे। पर असीं तो कितनी वारी गुरु ग्रंथ साहब की गल नहीं मानी, कितनी वारी गुरु साहब के वचनों तो मुंकर होकर जिंदगी जीवी। फिर भी गुरु ग्रंथ साहब कहते आ जा, कोई नहीं। गुरु का सुभाव भी यह है, पिछले औगुण बख्श लए प्रभ आगे मार्ग पावे। सिख दे पिछले औगुण गुरु बख्श के अगे मार्ग ते पा दिंदा। ये गुरु साहब जी का सुभाव है। भगत रविदास जी कहते ने, कहते तू मेहर करन वाला है, तू उपकारी है। ताई तो गुरु अर्जन देव जी महाराज ने एक वचन किया, कहन लगे सच्चे पातशाह कहते जदों मैं अपने जीवन वाल वेखदा हाँ तो मेरे जीवन दे विच बड़े औगुण ने। ये शब्द तुसीं पढ़ते हो ना, जेहवा एक कवन गुण कहीए बेसुमार बेअंत स्वामी तेरो अंत न कहीं लईए। तेरा अंत किसी ने प्राप्त नहीं किया। पर नाल कहन लगे कोट अपराध हमारे खंडो। एक थोड़ी अपराध है, सतगुर कहते मेरे विच तां करोड़ां ही अपराध ने, करोड़ां ही गलतियां, पर तू मेरी करोड़ां गलतियां चितारदा नहीं है। ये उसका सुभाव है सतगुरु जी का। कोट अपराध हमारे खंडो अनेक विधि समझावो। सानू गुरु साहब जी जतन करते हैं। एक बेनती करा सिखो, लास्ट सवास तक गुरु ग्रंथ साहब जी अपने सिख नूं समझाउण दा जतन करते भी सिख किते समझ जाए। कभी दुख दे देगा भी मुड़ के वापस मेरे कोल ही आ जाए, कभी कोई होर पेपर पा दिंदा सिख नूं भी सिख मेरे तो दूर ना होवे। मैं बेनती करा जे दुख आ रहा है तो गुरु नानक पातशाह ने कहा भी दुख नूं देख के रोई ना, दुख दारू सुख रोग पिया। दुख दवाई है, तू दूर होने लग्या सी, गुरु साहब ने तां दुख दिता ताकि तू नेड़े हो जाए। गुरु एवें दुख नहीं दिंदा। साडे असी दूर होने लग पैंदे आ ना, गुरु कहंदा हुण दूर हो रहा, हुण कोई ना कोई कहानी बनानी पैनी इस दे नाल। फिर गुरु कोई ना कोई खेड़ दिंदा है, कोई ना कोई करतब कोतक वरता दिंदा है। फिर सिख जिहड़ा दूर जा रहा सी फिर नेड़े हो जाता है। कोट अपराध हमारे खंडो अनेक विधि समझावो, हम अज्ञान अल्प मत थोरी तुम आपन विरध रखावो। सच्चे पातशाह असीं अज्ञानी हाँ, तुच्छ मत दे मालक हाँ, तुसीं आपे ही अपने विरध दी सुभाव दा, अपने जिहड़ा तुहाडा विरध है जिहड़ा सुभाव है उहदी तुसीं आप ही पैज रखदे हो, क्योंकि वो परोपकारी है। फिर कहन लगे पहले बंद विच भगत रविदास जी आखन लगे, कहने तुम चंदन हम इरंड बाप रे। हे मेरे माधो, कहते तू चंदन का बूटा है। परमात्मा नूं चंदन कह रहे थे। कहते ने हम इरंड बाप रे, मैं निमाना अरिंड दा बूटा हाँ। इरंड हुंदा है जदों कि उसदे उत्ते फल लगता है ना, तो वो अपने पत्ते तक धरती ते टेक दिंदा है। क्योंकि फल आन लग पैंदा है
ਤੇ ਇਰਣ ਦਾ ਬੂਟਾ ਜਿਹੜਾ ਉਹ ਨਿਕੰਮਾ ਮੰਨਿਆ ਜਾਂਦਾ, ਉਹ ਕੰਮ ਦਾ ਨਹੀਂ ਮੰਨਿਆ ਜਾਂਦਾ। ਭਗਤ ਰਵਿਦਾਸ ਜੀ ਕਹਿੰਦੇ ਤੂੰ ਚੰਦਨ ਦਾ ਬੂਟਾ ਹੈ ਤੇ ਮੈਂ ਇਰਣ ਦਾ ਨਿਕੰਮਾ ਬੂਟਾ ਹਾਂ। ਚੰਦਨ ਦੇ ਸੰਗ ਦੇ ਵਿੱਚ ਜਿਹੜੀ ਵੀ ਬਨਸਪਤੀ ਆਉਂਦੀ ਹੈ ਨਾ, ਚੰਦਨ ਸਾਰਿਆਂ ਨੂੰ ਆਪਣੇ ਸੁਗੰਧੀ ਨਾਲ ਭਰਪੂਰ ਕਰ ਦਿੰਦਾ ਹੈ, ਚੰਦਨ ਸਾਰਿਆਂ ਨੂੰ ਠੰਡਕ ਦਿੰਦਾ ਹੈ। ਪਰ ਇੱਕ ਬਾਂਸ ਦਾ ਬੂਟਾ ਹੈ, ਉਸ ਨੂੰ ਚੰਦਨ ਸੁਗੰਧੀ ਨਹੀਂ ਦਿੰਦਾ, ਕਿਉਂਕਿ ਉੱਚਾ ਲੰਬਾ ਹੁੰਦਾ ਹੈ। ਗੁਰੂ ਸਾਰਿਆਂ 'ਤੇ ਕਿਰਪਾ ਕਰਦਾ ਹੈ, ਪਰ ਜਿਹੜਾ ਹੰਕਾਰ ਦੇ ਵਿੱਚ ਉੱਚਾ ਲੰਬਾ ਹੋਇਆ ਹੁੰਦਾ, ਗੁਰੂ ਸਾਹਿਬ ਉਸ ਦੇ ਉੱਤੇ ਕਿਰਪਾ ਨਹੀਂ ਕਰਦਾ। ਮਾਫ਼ ਕਰਨਾ, ਦੁਨਿਆਵੀ ਧਨ ਦੌਲਤ ਪਦਾਰਥ ਇਹ ਕਿਰਪਾ ਨਹੀਂ ਹੈ। ਕਦੇ ਸਮਝੋ ਵੀ ਇਹ ਬਹੁਤ ਵੱਡੀ ਕਿਰਪਾ ਹੋ ਗਈ ਸਾਡੇ ਉੱਤੇ। ਇਹਨਾਂ ਨੂੰ ਤੇ ਦਾਸ ਇੱਦਾਂ ਸਮਝਦਾ ਕਿ ਜਦੋਂ ਮਾਂ ਨੇ ਘਰ ਦਾ ਕਾਰਜ ਕਰਨਾ ਹੋਵੇ ਨਾ, ਤੇ ਆਪਣੇ ਬੱਚੇ ਨੂੰ ਬਹੁਤ ਸਾਰੇ ਖਿਡੌਣੇ ਦੇ ਦਿੰਦੀ ਹੈ ਵੀ ਸਾਡਾ ਮੇਰਾ ਪਿੱਛਾ ਛੱਡ ਤੇ ਇਹਨਾਂ ਖਿਡੌਣਿਆਂ ਵਿੱਚ ਖੇਡਦਾ ਰਹੇ। ਰੱਬ ਨੇ ਜਦੋਂ ਸਿੱਖ ਦੇ ਕੋਲੋਂ ਆਪਣਾ ਪਿੱਛਾ ਛੁਡਾਉਣਾ ਹੁੰਦਾ ਨਾ, ਤੇ ਸਾਨੂੰ ਦੁਨਿਆਵੀ ਧਨ ਪਦਾਰਥ ਇਹ ਖਿਡੌਣੇ ਦੇ ਦਿੰਦਾ, ਤੇ ਅਸੀਂ ਉਸ ਦੇ ਵਿੱਚ ਹੀ ਮਸਤ ਹੋ ਜਾਂਦੇ, ਤੇ ਅਸੀਂ ਪਰਮਾਤਮਾ ਨੂੰ ਭੁੱਲ ਹੀ ਜਾਂਦੇ ਹਾਂ, ਗੁਰੂ ਨੂੰ ਭੁੱਲ ਹੀ ਜਾਂਦੇ ਹਾਂ, ਸਤਸੰਗ ਨੂੰ ਭੁੱਲ ਹੀ ਜਾਂਦੇ ਹਾਂ, ਬਾਣੀ ਨੂੰ ਭੁੱਲ ਹੀ ਜਾਂਦੇ ਹਾਂ। ਫਿਰ ਸਮਝ ਲੈਣਾ ਵੀ ਇਹ ਖਿਡੌਣੇ ਦਿੱਤੇ ਸੀ ਕੁਝ ਸਮਾਂ ਖੇਡਣ ਵਾਸਤੇ, ਪਰ ਜੇ ਮਾਂ ਚੇਤੇ ਹੀ ਨਾ ਆਏ, ਉਹ ਖਿਡੌਣਾ ਗੁਨਾਹਗਾਰ ਹੈ। ਇਹ ਗੱਲ ਯਾਦ ਰੱਖਿਓ। ਭਗਤ ਜੀ ਕਹਿੰਦੇ, ਹੇ ਮਾਲਕ, ਤੂੰ ਚੰਦਨ ਦਾ ਬੂਟਾ, ਮੈਂ ਨਿਮਾਣਾ ਇਰਣ ਦਾ ਬੂਟਾ ਹਾਂ, ਪਰ ਤੇਰੀ ਮਿਹਰ ਨਾਲ ਮੈਨੂੰ ਤੇਰੇ ਚਰਨਾਂ ਵਿੱਚ ਰਹਿਣ ਲਈ ਥਾਂ ਮਿਲ ਗਈ ਹੈ। ਤੁਮ ਚੰਦਨ ਹਮ ਇਰੰਡ ਬਾਪਰੇ ਸੰਗ ਤੁਮਾਰੇ ਵਾਸਾ। ਤੇਰੇ ਸਰਨ ਵਿੱਚ, ਤੇਰੇ ਚਰਨਾਂ ਵਿੱਚ ਰਹਿਣ ਨੂੰ ਥਾਂ ਮਿਲ ਗਈ। ਜਿਵੇਂ ਕਿ ਬੂਟੇ, ਚੰਦਨ ਦੇ ਬੂਟੇ ਕੋਲ ਇਰਣ ਦਾ ਬੂਟਾ ਉਗ ਪਵੇ ਨਾ, ਤਾਂ ਉੱਥੇ ਦੋਨੋਂ ਚੀਜ਼ਾਂ ਮਿਲਦੀਆਂ, ਉਹਨੂੰ ਠੰਡਕ ਵੀ ਮਿਲਦੀ ਹੈ, ਉੱਥੇ ਸੁਗੰਧੀ ਵੀ ਮਿਲਦੀ ਹੈ ਨਿਕੰਮਾ ਬੂਟਾ, ਕੋਈ ਪਸੰਦ ਨਹੀਂ ਕਰਦਾ। ਪਰ ਚੰਦਨ ਦੀ ਸੰਗਤ ਦੇ ਨਾਲ ਉਹ ਚੰਦਨ ਵਰਗਾ ਹੋ ਜਾਂਦਾ ਹੈ। ਕਹਿਣ ਲੱਗੇ, ਹੇ ਵਾਹਿਗੁਰੂ, ਤੇਰੀ ਮਿਹਰ ਨਾਲ ਕਹਿੰਦੇ ਮੈਨੂੰ ਤੇਰੇ ਚਰਨਾਂ ਵਿੱਚ ਰਹਿਣ ਲਈ ਥਾਂ ਮਿਲ ਗਈ। ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗ ਤੁਮਾਰੇ ਵਾਸਾ, ਨੀਚ ਰੂਗ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ। ਆਖਣ ਲੱਗੇ ਭਗਤ ਰਵਿਦਾਸ ਜੀ, ਕਹਿੰਦੇ ਨੇ, ਹੇ ਮੇਰੇ ਪ੍ਰਭੂ, ਤੇਰੀ ਸੋਹਣੀ ਮਿੱਠੀ ਵਾਸਨਾ ਮੇਰੇ ਅੰਦਰ ਵਸ ਪਈ ਹੈ, ਤੇ ਹੁਣ ਮੈਂ ਨੀਵੇਂ ਰੁੱਖ ਤੋਂ ਉੱਚਾ ਬਣ ਗਿਆ, ਹੁਣ ਮੈਂ ਨੀਵਾਂ ਨਹੀਂ ਰਹਿ ਗਿਆ। ਹੁਣ ਤੇਰੀ ਸੰਗਤ ਨਾਲ ਮੈਨੂੰ ਤੂੰ ਉੱਚਾ ਕਰ ਦਿੱਤਾ। ਔਰ ਇਹ ਸੱਚ ਹੈ ਮਹਾਰਾਜ ਕਹਿੰਦੇ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਟ ਉਹ ਚੌਕੁੰਟ ਮਾਨੈ। ਦਰਸ਼ਨ ਮੰਗੋ ਦੇਹ ਪਿਆਰੇ, ਤੇਰੀ ਸੇਵਾ ਕੌਣ ਕੌਣ ਨਾ ਤਾਰੇ। ਕਿਹੜੇ ਕਿਹੜੇ ਨਹੀਂ ਤਰੇ। ਗੁਰੂ ਦਾ ਤਾਂ ਬਿਰਧ ਹੀ ਇਹ ਹੈ ਕਿ ਜਿਹੜਾ ਸੰਗਤ ਵਿੱਚ ਆ ਜਾਂਦਾ, ਗੁਰੂ ਉਹਨੂੰ ਉੱਚਾ ਕਰ ਦਿੰਦਾ ਹੈ। ਫਿਰ ਮਹਾਰਾਜ ਕਹਿਣ ਲੱਗੇ, ਕਹਿੰਦੇ ਨੇ, ਤੁਮ ਮਖਤੂਲ ਸੁਪੇਦ ਸਪੀਅਲ ਹਮ ਵਪਰੇ ਜਸ ਕੀਰਾ। ਆਖਣ ਲੱਗੇ, ਮਖਤੂਲ ਕਹਿੰਦੇ ਨੇ ਰੇਸ਼ਮ ਨੂੰ, ਸੁਪੇਦ ਦਾ ਅਰਥ ਹੁੰਦਾ ਚਿੱਟਾ, ਅਤੇ ਸਪੀਅਲ ਦਾ ਅਰਥ ਹੁੰਦਾ ਪੀਲਾ। ਕਿ ਹੇ ਮੇਰੇ ਮਾਧੋ, ਤੂੰ ਚਿੱਟਾ ਪੀਲਾ ਸੋਹਣਾ ਰੇਸ਼ਮ ਹੈ। ਤੁਮ ਮੁਖਤੂਲ ਸੁਪੇਦ ਸਪੀਅਲ ਹਮ ਵਪਰੇ ਜਸ ਕੀਰਾ। ਅਤੇ ਮੈਂ ਨਿਮਾਣਾ ਉਸ ਕੀੜੇ ਵਾਂਗ ਹਾਂ ਜੋ ਰੇਸ਼ਮ ਨੂੰ ਛੱਡ ਕੇ ਬਾਹਰ ਨਿਕਲ ਜਾਂਦਾ ਹੈ ਅਤੇ ਮਰ ਜਾਂਦਾ ਹੈ। ਦੇਖੋ ਨਾ ਕਮਾਲ ਦੀ ਗੱਲ, ਰੇਸ਼ਮ ਨੂੰ ਕਿ ਕੀੜਾ ਹੀ ਜਨਮ ਦਿੰਦਾ ਹੈ, ਪਰ ਜੇ ਉਹ ਕੀੜਾ ਰੇਸ਼ਮ ਨੂੰ ਛੱਡ ਕੇ ਬਾਹਰ ਆ ਜਾਏ ਤਾਂ ਉਹ ਮਰ ਜਾਂਦਾ ਹੈ। ਰੇਸ਼ਮ ਜਿਹੜੀ ਉਤਪੰਨ ਹੁੰਦੀ ਹੈ ਨਾ, ਉਹ ਕੀੜੇ ਦੇ ਵਿੱਚੋਂ ਹੁੰਦੀ ਹੈ। ਇੱਕ ਕੀੜਾ ਰੇਸ਼ਮ ਨੂੰ ਜਨਮ ਦਿੰਦਾ, ਪਰ ਜੇ ਉਹ ਰੇਸ਼ਮ ਦਾ ਕੀੜਾ ਰੇਸ਼ਮ ਨੂੰ ਛੱਡ ਕੇ ਬਾਹਰ ਆ ਜਾਂਦਾ ਹੈ ਨਾ, ਤਾਂ ਉਸਦੀ ਮੌਤ ਹੋ ਜਾਂਦੀ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਕਹਿੰਦੇ ਨੇ ਤੂੰ ਚਿੱਟਾ ਸੋਹਣਾ ਪੀਲਾ ਰੇਸ਼ਮ ਹੈ, ਮੈਂ ਨਿਮਾਣਾ ਉਸ ਦੇ ਵਿੱਚ ਕੀੜੇ ਵਾਂਗ ਹਾਂ, ਅਤੇ ਰੇਸ਼ਮ ਨੂੰ ਛੱਡ ਕੇ ਬਾਹਰ ਨਿਕਲ ਆਇਆ ਹਾਂ, ਅਤੇ ਮੈਂ ਆਤਮਿਕ ਮੌਤ ਮਰ ਗਿਆ। ਜਦੋਂ ਅਸੀਂ ਗੁਰੂ ਦੇ ਨਾਲੋਂ ਟੁੱਟ ਜਾਵਾਂਗੇ ਨਾ, ਅਤੇ ਸਰੀਰ ਦੀ ਮੌਤ ਤਾਂ ਨਹੀਂ, ਪਰ ਗੁਰਸਿੱਖੋ ਆਤਮਾ ਦੀ ਮੌਤ, ਸਾਡੇ ਜ਼ਮੀਰ ਦੀ ਮੌਤ, ਸਾਡੇ ਸ਼ੁਭ ਗੁਣਾਂ ਦੀ ਮੌਤ, ਸਾਡੀ ਹੱਸੀ ਖੇੜੇ ਦੀ ਮੌਤ, ਸਾਡੇ ਆਨੰਦ ਦੀ ਮੌਤ ਹੋ ਜਾਣੀ ਹੈ। ਸਰੀਰ ਤਾਂ ਜਿਉਂਦਾ ਰਹੇਗਾ, ਤੜਫਦੇ ਰਵਾਂਗੇ, ਦੁਖੀ ਰਵਾਂਗੇ, ਬੇਚੈਨ ਰਵਾਂਗੇ। ਜੇ ਆਤਮਿਕ ਮੌਤ ਹੋ ਗਈ ਤਾਂ ਬੇਚੈਨੀ ਕੋਈ ਦੂਰ ਨਹੀਂ ਕਰ ਸਕਦਾ ਸਾਡੀ। ਇਸ ਕਰਕੇ ਭਗਤ ਜੀ ਕਹਿਣ ਲੱਗੇ, ਕਹਿੰਦੇ ਜੇ ਹੇ ਸੱਚੇ ਪਾਤਸ਼ਾਹ,
कहते सत संगत मिल रही है माधो जैसे मधु मखीरा। हे मेरे माधो मेहर कर मैं तेरी सत्संगत विच जुड़िया रहा, तेरी संगत विच मिल के रहा। जिमें शहद दियाँ मक्खियाँ शहद के छत्ते विच टिकियां रहंदियां ने, इस तरह मैं शहद दियाँ मक्खियां दे वांग तेरी सत्संगत नाल जुड़िया रवां, ऐसी कृपा कर। मैं हमेशा बेनती करदा जदों भी अरदास करो ना इत्थे आके सत्संगत मंगिया करो। एक बार उच्चारण करो सतनाम। ये सच्चे पातशाह सत्संगत बख्शी, माड़े लोगों का संग ना बख्शी, सत्संगत दियाँ घड़ियाँ बख्शी। क्योंकि सत्संगत विच आके ना साडा जीवन तब्दील होना है। सत्संगत विच कुछ छिन वास्ते भी बैठ के ना पता नहीं केड़ा दुख आउण वाला साडा पासे हो जाना है। सत्संगत की ऐसी बरकत है। एक बारी जमुना नगर ने एक रागी जत्था कीर्तन करने वास्ते गया। उत्थे बड़े पहुँचे हुए गुरमुख प्यारे संत जन ते कीर्तन समागम सी ते वो अपने अस्थान ते विराजमान सन ते रागी जत्थे ने जाना सी। उन्होंने सोचा भी गुरमुखां नूं फतेह बुला के आउंदे ते वो रागी जत्था फतेह बुलाउण वास्ते चला गया उन्होंने गुरमुखां नूं ते उन्होंने गुरमुखां ने कहा कि ਸਿੰਘੋ कुछ समा बह जाओ। हुण कीर्तन हो गया सी, उन्होंने बड़ी काली सी जाण दी। वो 5 मिनट बैठे कहन लगे जाइए जी, वो कहते नहीं अजे होर बह जाओ। सत्संगत का कितना बड़ा गुण है, मैं बेनती करा। 5 मिनट होर बैठे, वो कहते जाइए जी, कहते नहीं 5 मिनट होर बह जाओ। 15 मिनट हो गए, फिर क्या कहते हुण जाओ। अगे गए, अजे किलोमीटर नहीं लंघे शहर तो बाहर तो एक बस ते ट्रक का एक्सीडेंट होया, लाशां रोड ते पईयां होईयां। वापस आ गए, कहते महाराज अज पता नहीं की घटना वापरनी सी। उन्होंने कहा गुरमुखां ने, कहते अज थोड़ी गड्डी दे विचकार भी आ सकती सी। ये तो गुरु ही कवा रहा सी भी 5 मिनट होर बैठा लो, मेरे कीर्तन ही है, मेरी सेवा कर दे। गुरु महाराज किसी के कोलों किहड़ी गल कवा देवे पता नहीं लगता, पर यह सत्संगत की वडियाई सी क्योंकि वो गुरु साहब जी की बाणी पढ़ के आए सन। उन्होंने गुरमुखां ने कहा भी नहीं 5 मिनट होर बह जाओ। वो फिर कहने लगे जी महाराज छेती आग्ञा दो जाइए। नहीं कहते 5 मिनट होर बह जाओ। खेड है वाहिगुरू जी की। इस करके भगत रविदास जी कहते हैं कि उस मालक के चरनां च अरदास करो कि हे मेरे माधो मेहर कर, सतसंगत मिल रही है माधो मैं तेरी सत्संगत विच जुड़िया रहा। किवें जुड़िया रहा? जिस तरह की शहद दियाँ मक्खियाँ शहद के छत्ते नाल जुड़ियाँ रहंदियां, टिकियां रहंदियां, वो छत्ता नहीं छड्डदियां। इस तरह तू सत्संगत ना छड्डी करी। वैसे असीं देखते हैं कई लोग दुख आ जाए लै गुरुद्वारे जाके की करना तां छड़ जांदे संगत। कई कोल धन बहुता आ जाए तां छड़ जांदे ने। कई कहंदे साडा कारोबार वध गया तां संगत छड़ जांदे ने। महाराज कहंदे सत्संगत नहीं छड्डनी। फिर भगत रविदास जी कहंदे ने आखन लगे, कहंदे तू सत्संगत नाल जुड़िया रह, सत्संगत करया कर। कहंदे जाति ओछा पाति ओछा, ओछा जन्म हमारा। कहन लगे हे मेरे माधो, कहने मेरी जात, पाति का अर्थ है मेरी कुल, ते ओछा जन्म हमारा, मेरा जन्म सचमुच नीवें रह जाणगे। कदों? जाति ओछा पाति ओछा, ओछा जन्म हमारा, राजा राम की सेवना कीनी कह रविदास चमारा। हे मेरे मालक प्रभु, जे तेरी भगती ना की ना तो वाकई मेरी जात भी नीवी रह जानी है, मेरी कुल भी नीवी रह जानी है, मेरा मिलिया होया ये मनुखा जीवन भी कहने नीवा रह जाना है। इस करके कृपा कर कि मैनू अपनी संगत विच जोड़। राजा राम की, राजा का अर्थ है जिहड़ा सबना का राजा, राम का अर्थ है रम्या होया। इसनूं बाणी च कहा को हर समान नहीं राजा, ये भूपत सब दिवस चार के झूठे करत दिवाजा। इत्थे कुछ विद्वानों ने टपला खादा। वो कहन लगे कि इत्थे जिहड़ा राजा राम है ना, वो श्री रामचंद अवतार जी बारे लिखा होया कि भगत रविदास जी शायद उन्हां दे पुजारी सन। जितने भी भगत गुरु ग्रंथ साहिब च बैठे ने ये केवल अकाल पुरख के पुजारी ने सारे, ये रब नूं पूजन वाले सारे।
ये बाणी उन्हां दी दर्ज है जिन्हां ने रब नूं पूजिया। ते माधो अखर जिहड़ा है वो कृष्ण ਲਈ जी ਵਰਤਿਆ ਜਾਂਦਾ ਸੀ। इस करके कईयां ने कहा भी राम जिहड़े भगत रविदास जी ने वो कृष्ण जी के पुजारी ने, पर ये दोवें अखर जिहड़े ने माधो जिहड़ा माया का पति परमात्मा ते राजा राम का अर्थ है कि वो जिहड़ा रम्या होया सारियां दा राजा है, वो जिहड़ा राजियां दा भी राजा है। भगत रविदास जी कहन लगे लोकां दी नज़रां विच मेरी जात नीवीं, मेरी कुल नीवीं, मेरा जन्म नीवां। कोई गल नहीं, लोकां दी नज़र विच कुल नीवीं, जात नीवीं, मेरा जन्म नीवां, पर हे मेरे माधो मेरी जात मेरी कुल मेरा जन्म सचमुच नीवें रह जाणगे जे हे राजा राम मैं तेरी भगती ना कीती, राजा राम की सेव ना कीनी। कह रविदास चमारा, भगत रविदास चमार आखदा है, अपने आप नूं कहण लगे रविदास चमार आखदा है कि हे वाहिगुरू जे तेरी भगती ना कीती ना ते मेरा ये कुल, ये मेरी जात, ये मेरा जीवन जिहड़ा है ये नीवां रह जाएगा। इसका अर्थ है कि जे भगती करांगे तो जे नीवें कुल विच भी जन्म होया तो उच्चे बन जावांगे, जे भगती नहीं कीती ना उच्चे कुल विच भी जन्म होया तो समझ लो नीवें बन के संसार तो जावांगे। ताई महाराज ने कहा खसम विसारै ते कम जात नानक नाम है वासना। जिहड़े खसम नूं भुला दिते वो भुला दिंदे ने, वो नीवीं जात है। उच्ची जात कौन है? जिन्हों रब जी चेते ने। गुरबाणी का फैसला है, ਜਿਹੜੇ रब ਨੂੰ ਭੁਲਾਈ बैठे ने गुरु साहब कहते भावें जात का पंडित क्यों ना होवे पर वो नीवीं जात है जे रब जी चेते नहीं हैं। जे वाहिगुरू चेते है भावें उसका नीवीं कुल विच भी जन्म होया, उसदी कुल नीवीं, उसदी गोत नीवीं, उसदी जात नीवीं, उसका जन्म नीवें घर च होया, पर वो उच्चा है। एक दिन सिखां ने पूछा सी महाराज नूं कि सच्चे पातशाह कोई बड़ा गरीब होवे, ये गल कह के मैं समाप्ति करा भी बड़ा गरीब होवे, घर ना होवे, वस्त्र वधिया ना होण, सोना सुनखा भी ना होवे, पर वो रब की बंदगी करता होवे, तुहाडी नज़रां च की है? ये गुरु साहब ने कहा, कहने गल सिखो इदां है, कहन लगे वस्ता टूटी झुंपड़ी चीर सब छिन्ना, जात ना पद ना आदरो उद्यान परमिन्ना, इठ ना तन रूपहीन के साग ना सिन्ना, राजा सगली सृष्ट का हर नाम मन पिहना। तो महाराज कहते ऐसे सिख बारे या ऐसा जोड़ा बंदा थानू मिलेगा तुसी की करोगे? कहते तिसकी धूड़ मन उधरै प्रभु होए प्रसन्ना। कहते वो चरना की धूड़, कहते मेरा प्रभु जोड़ा है ना वो लोचदा है, जिसने अपने मन नूं परमात्मा के चरनां जोड़ लिया। सो अज दे शब्द इतने वचन प्रवान करने, किसी के मन च कोई सवाल होवे संगत अपना सवाल कर सकती है, ताकि आपां कोई भी मन दे विच शक शंका है अज दी कथा दे परथाए तो संगतां तो दूर किया जा सके। जे कोई शक शंका नहीं है, सबना नूं गल समझ आ गई है, तो आनंद साहब का पाठ करके गुरु साहब के चरनां सरबत दे भले लई अरदास करिए। इतने वचन प्रवान, सारिਆਂ ਦਾ ਧੰਨਵਾਦ जी आयां नूं फतेह प्रवानो जी। वाहिगुरू जी का खालसा वाहिगुरू जी की फतेह।